ਸਾਡੇ ਨਾਲ ਪ੍ਰਬੋਧ ਮਾਨ ਜੀ ਜੁੜ ਰਹੇ ਨੇ AGTF ਦੇ ਚੀਫ ਸਰ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ ਜਾਣਨਾ ਚਾਹਾਂਗੇ ਇਨਕਾਊਂਟਰ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਹੈ ਇਹ ਕਿਵੇਂ ਕੀ ਕੁਝ ਜਾਣਕਾਰੀ ਤੁਸੀਂ ਸਾਂਝਾ ਕਰ ਸਕਦੇ ਹੋ ਥੈਂਕ ਯੂ ਸੋ ਮਚ ਜੀ ਐਕਚੁਅਲੀ ਆਪ ਤੁਸੀਂ ਸਾਰੇ ਅਵੇਅਰ ਹੋ ਕਿ ਜਿਹੜਾ ਡੇਰਾ ਪ੍ਰੇਮੀ ਪ੍ਰਦੀਪ ਦਾ ਮਰਡਰ ਹੋਇਆ ਸੀਗਾ ਫਰੀਦਕੋਟ ਦੇ ਵਿੱਚ ਉਹਦੇ ਰਿਗਾਰਡਿੰਗ ਜੋ ਹਰਿਆਣਾ ਮੋਡਿਊਲ ਸੀਗਾ ਉਹਦੇ ਚ ਰਾਜ ਹੁੱਡਾ ਜਿਹੜਾ ਵਾਂਟਡ ਚੱਲਦਾ ਪਿਆ ਸੀਗਾ ਸਾਡੇ ਕੋਲੇ ਵੀ ਵਰ ਔਨ ਹਿਸ ਟ੍ਰੇਲ and we were trailing him from Chandigarh to some parts in Haryana ਤੇ ਉੱਥੋਂ ਲੈ ਕੇ ਰਾਜਸਥਾਨ ਤੱਕ so he was located there ਤੇ ਅੱਜ ਦਿਨ ਵੇਲੇ ਜਦੋਂ ਪੁਲਿਸ ਪਾਰਟੀ ਨੇ ਦਬਿਸ਼ ਦਿੱਤੀ ਉੱਥੇ ਰਾਜਸਥਾਨ ਪੁਲਿਸ ਦੀ ਕੋਆਪਰੇਸ਼ਨ ਨਾਲ ਤੇ ਨਾਲੇ ਸੈਂਟਰਲ ਏਜੰਸੀਜ਼ ਦੀ ਕੋਆਪਰੇਸ਼ਨ ਨਾਲ and he resisted arrest and there was a brief encounter in which he is injured but now he has been arrested ਸਰ ਐਨਕਾਊਂਟਰ ਦੇ ਵਿੱਚ ਉਸ ਦੇ ਵੱਲੋਂ ਵੀ ਗੋਲੀਆਂ ਚਲਾਈਆਂ ਗਈਆਂ ਰਾਜ ਹੁੱਡਾ ਦੇ ਵੱਲੋਂ ਕ੍ਰਾਸ ਫਾਇਰ ਹੋਇਆ ਉਹਦੇ ਵਿੱਚ ਇੰਜਰਡ ਹੋਇਆ ਜੀ ਸਰ ਇਹ ਰਾਜ ਹੁੱਡਾ ਇਕੱਲਾ ਗ੍ਰਿਫਤਾਰ ਹੋਇਆ ਜਾਂ ਉੱਥੇ ਇਸ ਦਾ ਕੋਈ ਸਾਥੀ ਵੀ ਸੀ ਨਾਲ ਸੀ ਉੱਥੇ ਇੱਕ ਦੋ ਬੰਦੇ ਹੋਰ ਸੀਗੇ ਪਰ ਸਾਡਾ ਵਾਂਟਡ ਇਹ ਸੀਗਾ ਬਾਕੀ ਉਹਨਾਂ ਦੇ ਕ੍ਰੈਡੈਂਸ਼ੀਅਲ ਚੈੱਕ ਕੀਤੇ ਜਾ ਰਹੇ ਨੇ ਕੌਣ ਹੈ ਕੀ ਹੈ ਤੇ ਅਕੋਰਡਿੰਗਲੀ ਐਕਸ਼ਨ ਵਿਲ ਬੀ ਟੇਕਨ ਜੀ ਸਰ ਰਿਕਵਰੀ ਵੀ ਹੋਈ ਹੈ ਕੋਈ ਇਸ ਤੋਂ ਵੈਪਨਸ ਵਗੈਰਾ ਦੀ ਆਈ ਟੋਲਡ ਯੂ ਨਾ ਉੱਥੇ ਕ੍ਰਾਸ ਫਾਇਰ ਹੋਇਆ ਹੀ ਹੈਡ ਅ ਵੈਪਨ ਜੀ ਔਰ ਇਹ ਉਹੀ ਹਥਿਆਰ ਨੇ ਸਰ ਜਿਨ੍ਹਾਂ ਦੇ ਨਾਲ ਇਹਨਾਂ ਨੇ ਡੇਰਾ ਪ੍ਰੇਮੀ ਦਾ ਮਰਡਰ ਕੀਤਾ ਦੇਖੀ ਉਹ ਸਾਰਾ ਕੁਝ ਫੋਰੈਂਸਿਕਸ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਜੀ ਔਰ ਸਰ ਇਹ ਜਿਹੜੇ ਹਰਿਆਣਾ ਤੋਂ ਹੋ ਕੇ ਗਿਆ ਜਾਂ ਕਿਵੇਂ ਡਾਇਰੈਕਟਲੀ ਰਾਜਸਥਾਨ ਪਹੁੰਚ ਗਿਆ ਇਸ ਬਾਰੇ ਜਾਣਕਾਰੀ ਕਿਉਂਕਿ ਜਿਹੜੇ ਤਿੰਨ ਇਸ ਦੇ ਨਾਲ ਸੀ ਉਹ ਪਟਿਆਲਾ ਤੋਂ अजय इस वक्त मैं इस बारे कुछ नहीं कह सकता अजय तो ये आधा घंटा पहले सारा काम होया जी तो बाद इसकी क्वेश्चनिंग होगी सारी डिटेल्स भी तुहाडे नाल बात शेयर करांगे जी ते ये पंजाब लेके आ रही है टीम his medical will be done if the medical team allows him to depending upon कि जरा दा ट्रीटमेंट वगैरह होना है उस तो बाद ये डिसीजन will be taken जी और ये जॉइंट ऑपरेशन कहा जावे सर कि पंजाब पुलिस और राजस्थान पुलिस दा हाँ जी और सेंट्रल एजेंसीज भी विच इन्वॉल्व सीगियां जे कोऑर्डिनेशन दे नाल होया है ठीक है सर शुक्रिया धन्यवाद सर नाल जुड़न दे इस पूरी गलबात दे लई तां प्रमोद मान जिन्हां दे वल्लों जानकारी ਦਿੱਤੀ ਗਈ ਹੈ AGTF ਦੇ ਚੀਫ ਨੇ ਐਕਸਕਲੂਸਿਵ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਰਾਜ ਹੁੱਡਾ ਦੇ ਨਾਲ ਉਸਦੇ ਕੁਝ ਸਾਥੀ ਵੀ ਉੱਥੇ ਸੀ ਹਾਲਾਂਕਿ ਉਹ ਇਸ ਪੂਰੇ ਮਾਮਲੇ ਦੇ ਵਿੱਚ ਕਿਸ ਤਰੀਕੇ ਨਾਲ ਉਹਨਾਂ ਨੂੰ ਲਿਆ ਜਾਂਦਾ ਹੈ ਕਿ ਉਹ ਹੈਲਪ ਕਰ ਰਹੇ ਸੀ ਜਾਂ ਉਹ ਖੁਦ ਗੈਂਗਸਟਰਸ ਨੇ ਉਸ ਦੀ ਜਾਂਚ ਜ਼ਰੂਰ ਹੋ ਰਹੀ ਹੈ ਇੱਕ ਦੋ ਹੋਰ ਸਾਥੀ ਸੀ ਕਿੰਨੇ ਸੀ ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਪਰ ਰਾਜ ਹੁੱਡਾ ਤੋਂ ਕੁਝ ਹਥਿਆਰਾਂ ਦੀ ਵੀ ਬਰਾਮਦਗੀ ਹੋਈ ਹੈ ਜਿਸ ਦੇ ਜ਼ਰੀਏ ਉਸਨੇ ਫਾਇਰ ਵੀ ਕੀਤਾ ਕ੍ਰਾਸ ਫਾਇਰ ਹੋਇਆ ਹੈ ਔਰ ਕ੍ਰਾਸ ਫਾਇਰ ਤੋਂ ਬਾਅਦ ਪੈਰ ਦੇ ਵਿੱਚ ਗੋਲੀ ਲੱਗੀ ਹੈ ਰਾਜ ਹੁੱਡਾ ਦੇ ਜਿੱਥੇ ਉਸ ਨੂੰ ਕਾਬੂ ਕਰ ਲਿਆ ਗਿਆ ਕਾਬਲੇ ਗੌਰ ਹੈ ਕਿ ਹੁਣ ਉਸ ਨੂੰ ਪੰਜਾਬ ਤੇ ਲਿਆਂਦਾ ਜਾਵੇਗਾ ਹਾਲਾਂਕਿ AGTF ਇਹ ਵੀ ਕਹਿ ਰਹੇ ਨੇ AGTF ਦੇ ਚੀਫ ਕਿ ਜੇਕਰ ਅਲਾਉ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਹੀ ਇਹ ਪੋਸਿਬਿਲਿਟੀ ਹੋਏਗੀ ਕਿ ਉਸ ਨੂੰ ਪੰਜਾਬ ਲਿਆਂਦਾ ਜਾ ਸਕੇ ਕੋਟਪੁਰਾ ਦੇ ਵਿੱਚ ਜਿਹੜੀ ਘਟਨਾਕ੍ਰਮ ਹੋਇਆ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਇਹ 6ਵਾਂ ਸ਼ੂਟਰ ਫਰਾਰ ਚੱਲ ਰਿਹਾ ਸੀ ਜਿਸ ਨੂੰ ਹੁਣ ਕਾਬੂ ਕੀਤਾ ਗਿਆ ਔਰ ਤਸਵੀਰਾਂ ਤੁਹਾਨੂੰ ਐਨਕਾਊਂਟਰ ਵਾਲੀ ਥਾਂ ਦੀਆਂ ਦਿਖਾ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਲੀਡ ਕੀਤਾ ਗਿਆ ਇਸ ਪੂਰੇ ਆਪਰੇਸ਼ਨ ਨੂੰ ਔਰ ਰਾਜ ਹੁੱਡਾ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਵੀ ਨਜ਼ਰ ਆ ਰਹੇ ਨੇ ਯਾਨੀ ਕਿ DSP ਵਿਕਰਮ ਬਰਾੜ ਨਜ਼ਰ ਆ ਰਹੇ ਨੇ ਇਹਨਾਂ ਤਸਵੀਰਾਂ ਦੇ ਵਿੱਚ ਉੱਥੇ ਮੌਜੂਦ ਸੀ ਤੇ ਇਸ ਦੇ ਨਾਲ DSP ਰਾਜਨ ਪਰਮਿੰਦਰ ਵੀ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਆਪਰੇਸ਼ਨ ਨੂੰ ਇਸ ਟੀਮ ਦੇ ਵੱਲੋਂ ਲੀਡ ਕੀਤਾ ਗਿਆ ਸੀ ਇਨਕਾਊਂਟਰ ਵਾਲੀ ਥਾਂ ਤੋਂ ਸਿੱਧੀਆਂ ਤਸਵੀਰਾਂ ਲਗਾਤਾਰ ਅਸੀਂ ਤੁਹਾਡੇ ਤੱਕ ਦਿਖਾਉਂਦੇ ਰਹਾਂਗੇ ਸਿੱਧਾ ਰੁਕ ਕਰਦੇ ਹਾਂ ਇੱਕ ਵਾਰ ਫਿਰ ਤੋਂ ਮਨੋਜ ਰਾਠੀ ਸਾਡੇ ਸਹਿਯੋਗੀ ਸਾਡੇ ਨਾਲ ਨੇ ਮਨੋਜ AGTF ਦੇ ਵੱਲੋਂ ਹਾਲਾਂਕਿ ਬਹੁਤ ਖੁੱਲ ਕੇ ਜਾਣਕਾਰੀ ਨਹੀਂ ਦਿੱਤੀ ਗਈ ਪਰ ਇੱਕ ਤਰੀਕੇ ਨਾਲ ਉਹ ਬਰੀਫ ਇਨਫੋਰਮੇਸ਼ਨ ਜ਼ਰੂਰ ਦੇ ਗਏ ਕਿ ਇੱਕ ਤਾਂ ਇਨਕਾਊਂਟਰ ਹੋਇਆ ਤੇ ਉਸ ਤੋਂ ਬਾਅਦ ਬਹੁਤ ਬਰੀਫ ਇਨਕਾਊਂਟਰ ਸੀ ਕ੍ਰਾਸ ਫਾਇਰਿੰਗ ਹੋਈ ਹੈ ਬਹੁਤ ਜ਼ਿਆਦਾ ਨਹੀਂ ਹੋਈ ਦੀਪ ਜਿਹੜਾ ਰਾਜ ਹੁੱਡਾ ਹੈ ਉਸ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਉਸ ਦੇ ਕੁਝ ਸਾਥੀ ਵੀ ਸੀ ਕੀ ਕੁਝ ਇਨਫੋਰਮੇਸ਼ਨ ਔਰ ਤੁਹਾਡੇ ਕੋਲ ਕੀ ਕੁਝ ਜਾਣਕਾਰੀ ਹੈ ਤੇ ਕਿਸ ਤਰੀਕੇ ਨਾਲ ਪੁਲਿਸ ਇਹਨਾਂ ਤੱਕ ਪਹੁੰਚਣ 'ਚ ਕਾਮਯਾਬ ਹੋਈ ਹੈ देखो गौरव साडे कोल एक्सक्लूसिव जी जानकारी टॉप सोर्सिस दे रहे हैं कि यह जिहड़ा घर है ये रेंट ते रह रहे सीगे मुंडे 3-4 मुंडे ये रेंट ते रह रहे सीगे जिथे ये आके लुकिया होया सीगा हुण ओ मुंडे कौन ने ਉਹ ਮੁੰਡਿਆਂ ਦਾ ਕਿਸ ਤਰ੍ਹਾਂ ਦਾ ਸੰਪਰਕ ਹੈ ਕਿਸ ਤਰ੍ਹਾਂ ਦੀ ਉਹਨਾਂ ਦਾ ਆਪਸ ਵਿੱਚ ਸੰਪਰਕ ਹੋਇਆ ਕਿਸ ਤਰ੍ਹਾਂ ਪਹਿਲਾਂ ਤੋਂ ਜਾਣਦੇ ਨਹੀਂ ਜਾਣਦੇ ਕਿਉਂਕਿ ਇਹ ਜਿਹੜਾ ਘਰ ਦੱਸਿਆ ਜਾ ਰਿਹਾ ਹੈ ਜਿੱਥੋਂ ਇਹ ਸਾਰਾ ਆਪਰੇਸ਼ਨ ਹੋਇਆ ਇਹ ਰੈਂਟਡ ਘਰ ਹੈ ਇਹ ਰੈਂਟ ਤੇ ਰਹਿੰਦੇ ਆ ਇਹ ਕਾਫੀ ਇੱਥੇ ਜਿਹੜੇ ਹੈਗੇ ਲੋਕ ਇਸ ਘਰ 'ਚ ਰੈਂਟ ਤੇ ਰਹਿੰਦੇ ਆ ਜਿਹੜੀ ਹੁਣ ਤੱਕ ਜਾਣਕਾਰੀ ਮਿਲ ਰਹੀ ਹੈ ਪ੍ਰਮੋਦ ਮਾਨ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਸੀ ਕਿ 3-4 ਮੁੰਡੇ ਹੋਰ ਵੀ ਉਹਦੇ ਨਾਲ ਸੀਗੇ ਉਹਨਾਂ ਨੂੰ ਵੀ ਵੈਰੀਫਾਈ ਕੀਤਾ ਜਾ ਰਿਹਾ ਕਿ ਉਹ ਕੌਣ ਹੈ ਇਹਨੂੰ ਕਿਸ ਤਰ੍ਹਾਂ ਜਾਣਦੇ ਲੇਕਿਨ ਜਿਹੜੇ ਸਾਡੇ ਸੋਰਸਿਸ ਦੱਸ ਰਹੇ ਆ ਕਿ ਉਹ ਰੈਂਟਡ ਤੇ ਕਾਫੀ ਟਾਈਮ ਤੋਂ ਉਹ ਮੁੰਡੇ ਉੱਥੇ ਰਹਿ ਰਹੇ ਸੀਗੇ ਜਿੱਥੇ ਇਹ ਪਹੁੰਚਿਆ ਸੀ ਤੇ ਉਹਨਾਂ ਦੇ ਨਾਲ ਇਹ ਰਹਿ ਰਿਹਾ ਸੀਗਾ ਤੇ ਪੁਲਿਸ ਨੂੰ ਇਨਫੋਰਮੇਸ਼ਨ ਸੀ ਹਾਲਾਂਕਿ ਇਹ ਜੁਆਇੰਟ ਆਪਰੇਸ਼ਨ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਇਹ ਜੁਆਇੰਟ ਆਪਰੇਸ਼ਨ ਹੋਇਆ ਐਂਟੀ ਗੈਂਗਸਟਰ ਰਾਜਸਥਾਨ ਪੁਲਿਸ ਤੇ ਸੈਂਟਰਲ ਏਜੰਸੀਜ਼ ਵੀ ਇਹਦੇ ਵਿੱਚ ਮਿਲੀ ਹੋਈ ਸੀ ਤੇ ਲਗਾਤਾਰ ਟੈਕਨੀਕਲ ਦੀ ਮਦਦ ਨਾਲ ਇਹਦੀ ਭਾਲ ਕਰ ਰਹੀ ਸੀਗੀ ਰਾਜ ਹੁੱਡਾ ਇੱਕ ਕ੍ਰਿਮੀਨਲ ਹਿਸਟਰੀ ਦਾ
ਇਹ ਕ੍ਰਿਮੀਨਲ ਹਿਸਟਰੀ ਹੈਗੀ ਇਹਦੀ ਰਾਜ ਹੁੱਡਾ ਦੀ, ਜੀਤੂ ਦੇ ਨਾਲ ਲਗਾਤਾਰ ਕੰਮ ਕਰਦਾ ਰਿਹਾ। ਲੇਕਿਨ ਹੁਣ ਇਹ ਜਿਹੜਾ ਆਪਰੇਸ਼ਨ ਹੋਇਆ ਇਹਨੂੰ ਲੀਡ ਜਿਹੜੇ ਹੈਗੇ ਡੀਐਸਪੀ ਵਿਕਰਮ ਬਰਾੜ ਤੇ ਡੀਐਸਪੀ ਰਾਜਨ ਪਰਮਿੰਦਰ ਨੇ ਕੀਤਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਕਮਾਂਡੋਜ਼ ਦੀ ਉਹ ਵੀ ਉੱਥੇ ਪਹੁੰਚੀ ਸੀ ਤੇ ਸੈਂਟਰਲ ਏਜੰਸੀਜ਼ ਤੇ ਰਾਜਸਥਾਨ ਪੁਲਿਸ, ਕਿਉਂਕਿ ਇਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਜਿਹੜੇ ਸੋਰਸਿਸ ਦੇ ਰਹੇ ਹੈ ਕਿ ਇਹਦੇ ਵਿੱਚ ਇਨਫੋਰਮੇਸ਼ਨ ਸੀਗੀ ਕਿ ਇੱਕ ਰੈਂਟਡ ਘਰ ਹੈ, ਕਾਫੀ ਲੋਕੀ ਉੱਥੇ ਰਹਿੰਦੇ ਹੈ, ਮੁੰਡੇ ਇੱਥੇ ਰਹਿੰਦੇ ਹੈ। ਹੁਣ ਇਹ ਕਾਲਜ ਦੇ ਨੇ ਜਾਂ ਫਿਰ ਕਿਸ ਤਰ੍ਹਾਂ ਨੇ, ਕਿਉਂਕਿ ਯੰਗ ਮੁੰਡੇ ਉੱਥੇ ਰਹਿੰਦੇ ਨੇ 3-4, ਉਹਦੇ ਵਿੱਚ ਇੱਕ ਮੁੰਡਾ ਥੋੜੇ ਦਿਨ ਪਹਿਲਾਂ ਹੀ ਇੱਥੇ ਆ ਕੇ ਰਹਿ ਰਿਹਾ ਸੀਗਾ। ਉਹ ਮੁੰਡਾ ਕੌਣ ਸੀ? ਉਹ ਮੁੰਡਾ ਇਹੀ ਸੀਗਾ ਰਾਜ ਹੁੱਡਾ। ਰਾਜ ਹੁੱਡਾ ਹੀ ਸੀਗਾ। ਹਾਲਾਂਕਿ ਪਹਿਲਾਂ ਰੈਕੀ ਕੀਤੀ ਗਈ, ਜਿਹੜੇ ਸੋਰਸਿਸ ਦੱਸ ਰਹੇ ਰੈਕੀ ਕਰਨ ਤੋਂ ਬਾਅਦ ਇਹ ਰੈਕੀ ਅੱਜ ਦੀ ਨਹੀਂ ਚੱਲ ਰਹੀ, ਇਹ 1-2 दिन तक ऑपरेशन चल रहा है। ਜਿਹੜੇ ਸੋਰਸਿਸ ਦੱਸ ਰਹੇ हैं ਇਹ 1-2 दिन तक पूरा ऑपरेशन ਚੱਲਿਆ, ਪੂਰੀ ਰੈਕੀ ਕੀਤੀ ਗਈ। ਉਸ ਤੋਂ ਬਾਅਦ ਲੱਗਿਆ ਪਤਾ ਕਿ ਇਹੀ ਰਾਜ ਹੁੱਡਾ ਹੈ ਜਿਹੜਾ ਇੱਥੇ ਲੁਕਿਆ ਹੋਇਆ ਹੈ। ਔਰ ਉਸ ਤੋਂ ਬਾਅਦ ਪੂਰਾ ਜਿਹੜਾ ਏਰੀਆ ਉਹ ਸੀਲ ਕੀਤਾ ਗਿਆ। ਏਰੀਆ ਸੀਲ ਕਰਨ ਤੋਂ ਬਾਅਦ ਜਦ ਇਹਨੂੰ ਵਾਰਨ ਕੀਤਾ, ਜਦ ਇਹਨੂੰ ਕਰਾ ਸਰੈਂਡਰ ਵਾਸਤੇ ਕਿਹਾ ਤੇ ਇਹਨੇ ਫਾਇਰਿੰਗ ਕੀਤੀ ਹੈ। ਜਿਹੜਾ ਹੁਣ ਤੱਕ ਪ੍ਰਮੋਦ ਬਾਨ ਨੇ ਵੀ ਇਹ ਜਾਣਕਾਰੀ ਦਿੱਤੀ ਹੈ ਕਿ ਕ੍ਰਾਸ ਫਾਇਰਿੰਗ ਹੋਈ ਹੈ। ਇਹਨੂੰ ਜਦ ਸਰੈਂਡਰ ਵਾਸਤੇ ਕਿਹਾ, ਪੂਰਾ ਏਰੀਆ ਸੀਲ ਕਰਕੇ, ਪੂਰਾ ਜਿਹੜਾ ਘਰ ਹੈ ਉਹ ਜਿਹੜਾ ਤੁਸੀਂ ਦੇਖ ਰਹੇ ਹੋ ਸਕਰੀਨ ਤੇ, ਉਹ ਘਰ ਪੂਰਾ ਸੀਲ ਕੀਤਾ ਗਿਆ ਸੀਗਾ। ਰਾਜਸਥਾਨ ਪੁਲਿਸ ਪਲੱਸ ਪੰਜਾਬ ਪੁਲਿਸ ਨੇ ਉਹ ਪੂਰਾ ਏਰੀਆ ਸੀਲ ਕਰਨ ਤੋਂ ਬਾਅਦ ਜਦ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਤੇ ਇਹਨੇ ਕ੍ਰਾਸ ਫਾਇਰ ਕਰਕੇ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਉੱਥੋਂ ਇਹਨੇ ਬੈਕ ਸਾਈਡ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਜਾਣਕਾਰੀ ਸਾਨੂੰ ਮਿਲ ਰਹੀ ਹੈ ਟੌਪ ਸੋਰਸਿਸ ਤੋਂ। ਇਹ ਉਸ ਤੋਂ ਬਾਅਦ ਇਹਦੇ ਪੈਰ 'ਚ ਗੋਲੀ ਵੱਜੀ ਹੈ ਤੇ ਉਸ ਤੋਂ ਬਾਅਦ ਇਹਨੂੰ ਕਾਬੂ ਕੀਤਾ ਹੈ। ਹਾਲਾਂਕਿ ਇਹ ਸਟੇਬਲ ਹੈ, ਇਹਦੇ ਪੈਰ 'ਚ ਗੋਲੀ ਵੱਜੀ, ਇਹਨੂੰ ਹਸਪੀਟਲ ਲੈ ਕੇ ਜਾਇਆ ਗਿਆ। ਉਸ ਤੋਂ ਬਾਅਦ ਮੈਡੀਕਲ ਰਿਪੋਰਟਸ ਤੋਂ ਬਾਅਦ ਇਹਨੂੰ ਹੁਣ ਪੰਜਾਬ ਲੈ ਕੇ ਆਇਆ ਜਾਏਗਾ, ਪੰਜਾਬ ਫਰੀਦਕੋਟ ਲੈ ਕੇ ਆਇਆ ਜਾਏਗਾ। ਫਰੀਦਕੋਟ ਪੁਲਿਸ ਜਿਹੜੀ ਜਿੱਥੇ ਵੀ ਇਹ ਮਾਮਲਾ ਦਰਜ ਹੋਇਆ, ਜਿੱਥੇ ਵੀ ਇਹ ਇਹਨੂੰ ਨਾਮਜ਼ਦ ਕੀਤਾ ਹੈ, ਜਿੱਥੇ ਵੀ ਇਹ ਸਾਰੀ ਚੀਜ਼ਾਂ ਹੋਈ ਹੈ, ਉੱਥੇ ਲੈ ਕੇ ਫਿਰ ਹੁਣ ਜਿਹੜੀ ਵੀ ਹੋਰ ਖੁਲਾਸੇ ਹੋਣਗੇ ਕਿ ਇਹ ਕਿੰਨੇ ਦਿਨ ਕਿੱਥੇ ਰਿਹਾ, 10 ਤਰੀਕ ਤੋਂ ਬਾਅਦ ਹੁਣ ਤੱਕ ਇਹ ਕਿੱਥੇ ਰਿਹਾ, ਕਿੰਨੇ ਲੌਜਿਸਟਿਕ ਚੀਜ਼ਾਂ ਇਹਨੂੰ ਮੁਹੱਈਆ ਕਰਾਈ, ਇਹ ਉੱਥੇ ਕਦ ਪਹੁੰਚਿਆ ਔਰ ਗੋਲਡੀ ਬਰਾੜ ਦੇ ਨਾਲ ਇਹਦੇ ਸੰਪਰਕ ਸੀਗੇ, ਗੋਲਡੀ ਬਰਾੜ ਦੇ ਨਾਲ ਇਹਦੀ ਗੱਲਬਾਤ ਹੋ ਰਹੀ ਸੀ ਨਹੀਂ ਹੋ ਰਹੀ ਸੀ, ਇਹ ਸਾਰੀ ਚੀਜ਼ਾਂ ਦਾ ਹੁਣ ਖੁਲਾਸਾ ਇਹ ਕਰੂਗਾ ਰਾਜ ਹੁੱਡਾ। ਕਿਉਂਕਿ ਇਹਦੇ ਕੋਲੋਂ ਵੈਪਨਸ ਵੀ ਰਿਕਵਰ ਹੋਏ ਹੈ। ਉਹ ਵੈਪਨਸ ਕਿੱਥੋਂ ਆਏ ਹੈ, ਉਹ ਵੈਪਨਸ ਕਿੰਨੇ ਦਿੱਤੇ ਸੀਗੇ, ਉਹ ਵੈਪਨਸ ਕਿੰਨੇ ਵੈਪਨਸ ਰਿਕਵਰ ਹੋਏ ਆ, ਇਹਦੀ ਵੀ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ। ਲੇਕਿਨ ਇੱਕ ਗੱਲ ਹੋਰ ਹੈ ਕਿ ਜਿਹੜੇ ਮੁੰਡੇ ਉੱਥੇ ਰਹਿ ਰਹੇ ਸੀਗੇ, ਉਹਨਾਂ ਦੇ ਨਾਲ ਇਹ ਉੱਥੇ ਪਹੁੰਚਿਆ ਸੀਗਾ, ਉਹ ਮੁੰਡਿਆਂ ਦਾ ਇਹਦੇ ਨਾਲ ਕਿਸ ਤਰ੍ਹਾਂ ਦਾ ਰਿਲੇਸ਼ਨ ਹੈ, ਉਹ ਮੁੰਡੇ ਕਿਸ ਤਰ੍ਹਾਂ ਜਾਣਦੇ ਆ, ਉਹ ਮੁੰਡਿਆਂ ਨੇ ਕਿਉਂ ਰੱਖਿਆ ਸੀ ਇਹਨੂੰ 4-5 ਦਿਨਾਂ ਤੋਂ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਇਹ ਜਿਹੜੇ ਸੋਰਸਿਸ ਦੱਸ ਰਹੇ ਆ ਕਿ 4-5 ਦਿਨ ਹੀ ਇਹਨੂੰ ਹੋਏ ਆ ਇੱਥੇ ਆਏ ਹੋਏ। ਉਸ ਤੋਂ ਪਹਿਲਾਂ ਯਾਨੀ ਕਿ 10 ਤਰੀਕ ਤੋਂ ਲੈ ਕੇ ਅੱਜ ਦੀ ਅਸੀਂ ਗੱਲ ਕਰੀਏ 20 ਤਰੀਕ ਹੋ ਗਈ, 10 ਦਿਨ ਹੋ ਚੁੱਕੇ ਨੇ। ਇਹ 10 ਦਿਨ ਕਿੱਥੇ ਰਿਹਾ, 10 ਦਿਨ ਚ ਕਿੰਨੇ ਇਹਨੂੰ ਲੌਜਿਸਟਿਕ ਚੀਜ਼ਾਂ ਮੁਹੱਈਆ ਕਰਾਈ, ਕਿੰਨੇ ਇਹਨੂੰ ਸ਼ੈਲਟਰ ਦਿੱਤਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ। ਕਿਉਂਕਿ ਇਹ ਜਿਹੜੇ ਵੀ ਸ਼ਾਰਪ ਸ਼ੂਟਰ ਸੀਗੇ ਇਹ ਵੱਖ-ਵੱਖ ਹੋ ਗਏ ਸੀ। ਜਤਿੰਦਰ ਉਪ ਜੀਤੂ ਨੇ ਵੀ ਇਹ ਜਾਣਕਾਰੀ ਦਿੱਤੀ ਸੀ। 3 ਜਿਹੜੇ ਦਿੱਲੀ ਦੀ ਸਪੈਸ਼ਲ ਸੈੱਲ ਨੇ ਫੜੇ ਸੀਗੇ ਬਖਸ਼ੀ ਖਾਲਾ ਦੇ ਕੋਲ, ਉਹ ਵੱਖ ਹੋ ਗਏ ਸੀ, ਉਹਨਾਂ ਨੂੰ ਅਰੈਸਟ ਕਰ ਲਿਆ। 2 ਜਿਹੜੇ ਹੈਗੇ ਭੁਪਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਮਨੀ, ਉਹ ਉੱਥੋਂ ਹੀ ਭੱਜ ਗਏ ਸੀਗੇ, ਹੁਸ਼ਿਆਰਪੁਰ ਸਾਈਡ, ਉਹਨਾਂ ਨੂੰ ਉੱਥੋਂ ਕਾਬੂ ਕੀਤਾ। ਲੇਕਿਨ ਰਾਜ ਹੁੱਡਾ ਬਹੁਤ ਹੀ ਸ਼ਾਤਿਰ ਅਪਰਾਧੀ ਹੈ, ਬਹੁਤ ਹੀ ਸ਼ਾਰਪ ਮਾਈਂਡਡ ਜਿਹੜਾ ਹੈਗਾ। ਕਾਫੀ ਮਾਮਲੇ ਦਰਜ ਨੇ, ਜਿਹੜਾ ਅਟੈਂਪਟ ਟੂ ਮਰਡਰ ਹੋਰ ਵੀ ਕਈ ਜਿਹੜੇ ਹੈਗੇ ਮਾਮਲੇ ਦਰਜ ਨੇ। ਜਿੱਤੂ ਦੇ ਨਾਲ ਰਹਿ ਕੇ ਕੰਮ ਕਰਦਾ ਹੈ। ਇਹ ਉੱਥੋਂ ਕਿਸ ਤਰ੍ਹਾਂ ਪਹੁੰਚ ਗਿਆ, ਜੈਪੁਰ ਕਿੱਥੇ ਪਹੁੰਚਾ, ਜੈਪੁਰ ਪਹੁੰਚਾਉਣ ਵਾਸਤੇ ਕਿੰਨੇ ਇਹਨੂੰ ਹੈਲਪ ਕੀਤੀ ਹੈ, ਪੈਸੇ ਕਿੱਥੋਂ ਆਏ, ਬਹੁਤ ਸਾਰੀ ਚੀਜ਼ਾਂ ਨੇ। ਹੁਣ ਜਲਦੀ ਦੇ ਵਿੱਚ ਪੁਲਿਸ ਜਿਹੜਾ ਹੈ ਉਹ ਖੁਲਾਸਾ ਕਰੇਗੀ ਕਿ ਆਖਿਰ ਕਿੰਨੇ ਇਹਦੀ ਹੈਲਪ ਕੀਤੀ ਹੈ ਔਰ ਉਸ ਤੋਂ ਬਾਅਦ ਡੇਰਾ ਪ੍ਰੇਮੀ ਹੱਤਿਆ ਮਾਮਲੇ 'ਚ ਕਿਸ ਤਰ੍ਹਾਂ ਦੀ ਇਹਦੀ ਪਲੈਨਿੰਗ ਹੋਈ ਸੀ, ਕਿਸ ਤਰ੍ਹਾਂ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਰੈਕੀ ਕੀਤੀ ਹੈ, ਕਿਸ ਤਰ੍ਹਾਂ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਉਹਦਾ ਮਰਡਰ ਕੀਤਾ ਔਰ ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪੈਸੇ ਜਿਹੜੇ ਹੈਗੇ, ਕੈਸ਼ ਜਿਹੜਾ ਹੈਗਾ ਜਾਂ ਫਿਰ ਮਨੀ ਜਿਹੜੀ ਹੈਗੀ, ਫੰਡ ਜਿਹੜਾ ਹੈ ਉਹ ਕਿੱਥੋਂ ਆਇਆ। ਕਿਉਂਕਿ ਇਹ ਵੀ ਗੱਲ ਆ ਰਹੀ ਹੈ ਕਿ ਫੰਡਿੰਗ ਹੋਈ ਹੈ, ਇਹਨਾਂ ਨੂੰ ਫੰਡਿੰਗ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ, ਜਿਹੜੇ ਸੋਰਸਿਸ ਦੱਸ ਰਹੇ ਹੈ।